ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸੰਤਾਂ ਦੀ ਮਹਾਨਤਾ, ਸਾਧ ਸੰਗਤ ਜੀ ਸੰਤ ਇਸ ਜਗਤ ਦੇ ਵਿੱਚ ਕਿਉਂ ਆਉਂਦੇ ਨੇ, ਸੰਤਾਂ ਦੀ ਸੰਗਤ ਕਿਉਂ ਜ਼ਰੂਰੀ ਹੈ, ਤੇ ਸੰਤਾਂ ਦੇ ਸੰਗ ਰਹਿਣ ਦੇ ਨਾਲ ਸਾਡੇ ਜੋ ਕਸ਼ਟ ਨੇ ਉਹ ਕਿਵੇਂ ਕੱਟੇ ਜਾਂਦੇ ਨੇ, ਸਾਡਾ ਜੋ ਜੀਵਨ ਉਹ ਸਫਲ ਕਿਵੇਂ ਹੁੰਦਾ ਹੈ। ਤੇ ਅੱਜ ਧੰਨ ਧੰਨ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾ, ਉਹਨਾਂ ਦਾ ਜਨਮ ਦਿਵਸ ਹੈ। ਸਾਰੀ ਹੀ ਸਾਧ ਸੰਗਤ ਨੂੰ ਸਤਿਗੁਰਾਂ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ। ਤੇ ਸਾਧ ਸੰਗਤ ਜੀ ਬੜਾ ਹੀ ਵੱਡਾ ਯੋਗਦਾਨ ਹੈ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਦਾ, ਕਿ ਅੱਜ ਪੂਰੇ ਵਿਸ਼ਵ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਜੋ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਨਾਮ ਲੇਵਾ ਸੰਗਤਾਂ ਅੱਜ ਪੂਰੇ ਵਿਸ਼ਵ ਦੇ ਵਿੱਚ ਸਤਿਗੁਰਾਂ ਦਾ ਪਾਵਨ ਪਵਿੱਤਰ ਦਿਵਸ ਮਨਾ ਰਹੀਆਂ ਨੇ। ਤੇ ਕਰਮਾਂ ਵਾਲਿਆਂ ਸਾਧ ਸੰਗਤ ਜੀ ਕਿ ਸਾਨੂੰ ਸਤਿਗੁਰਾਂ ਵਰਗੇ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ, ਅਤੇ ਸਾਨੂੰ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਵਰਗੇ ਸੰਤ ਸਤਿਗੁਰ ਮਿਲੇ, ਜੋ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ, ਬੇਗਮਪੁਰਾ ਦਾ ਤੇ ਸਾਧ ਸੰਗਤ ਜੀ ਸੱਚ ਦਾ ਪ੍ਰਸਾਰ ਕਰ ਰਹੇ ਨੇ। ਸੋਹੰਗ ਸਤਨਾਮ ਦੇ ਸ਼ਬਦ ਦੇ ਨਾਲ ਜੋੜ ਰਹੇ ਨੇ, ਤੇ ਸੰਗਤਾਂ ਦਾ ਜੋ ਜੀਵਨ ਹੈ ਸਾਧ ਸੰਗਤ ਜੋ ਸਫਲ ਕਰ ਰਹੇ ਨੇ। ਹੋਰ ਵੀ ਮਾਨਵਤਾ ਦੇ ਜੋ ਭਲਾਈ ਦੇ ਕਾਰਜ ਨੇ, ਸਿੱਖਿਆ ਦੇ ਉੱਪਰ, ਸਮਾਜਿਕ ਸਮਾਜ ਦੇ ਵਿੱਚ ਸੁਧਾਰਕ ਦੇ ਰੂਪ ਦੇ ਵੀ ਸਾਧ ਸੰਗਤ ਜੀ, ਕਿਉਂਕਿ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਮਿਸ਼ਨ ਸੀ, ਜਿੰਨੇ ਵੀ ਸਾਡੇ ਸੰਤ ਮਹਾਂਪੁਰਸ਼ ਨੇ ਸਾਧ ਸੰਗਤ ਜੀ ਬਹੁਤ ਹੀ ਵੱਡਾ ਉਪਰਾਲਾ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਇੱਕ ਬਹੁਤ ਹੀ ਵੱਡਾ ਰੋਲ ਡੇਰਾ ਸੱਚਖੰਡ ਬੱਲਾ ਧੰਨ ਧੰਨ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਨਾਲ ਅੱਜ ਘਰ ਘਰ ਦੇ ਵਿੱਚ ਚਾਹੇ ਖੁਸ਼ੀ ਹੋਵੇ ਚਾਹੇ ਗਮੀ ਹੋਵੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਜਾਪ ਹੁੰਦਾ ਸਾਧ ਸੰਗਤ ਜੀ। ਤੇ ਸੰਗਤਾਂ ਦਿਨੋਂ ਦਿਨ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਤਿਗੁਰਾਂ ਦੇ ਮਿਸ਼ਨ ਦੇ ਨਾਲ ਜੁੜ ਰਹੀਆਂ ਨੇ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਚੋਂ ਨਿਕਲ ਰਹੀਆਂ ਨੇ। ਸੋ ਆਓ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਉੱਪਰ ਵਿਚਾਰ ਕਰਦੇ ਹਾਂ ਕਿ ਭਾਈ ਸੰਤਾਂ ਦੀ ਜੋ ਸੰਗਤ ਹੈ ਉਹ ਕਿਉਂ ਜ਼ਰੂਰੀ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਮਾਨਵਤਾ ਨੂੰ ਸੰਤਾਂ ਦੀ ਸੰਗਤ ਕਰਨ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਏਕਤਾ, ਸਮਾਨਤਾ, ਭਾਈਚਾਰਾ, ਸਾਂਝੀਵਾਲਤਾ ਤੇ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਮਿਲਣ ਦਾ ਜੋ ਰਸਤਾ ਆ ਸਾਧ ਸੰਗਤ ਜੋ ਪ੍ਰਾਪਤ ਹੁੰਦਾ ਹੈ। ਕਿਉਂਕਿ ਸੰਤ ਅਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਸੰਤ ਤੁਝੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ, ਸੰਤ ਦੇਵਾ ਦੇਵ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਪ੍ਰਮਾਤਮਾ ਜੀ ਸੰਤ ਆਪ ਦਾ ਸਰੀਰ ਨੇ, ਤੇ ਸੰਤਾਂ ਦੀ ਸੰਗਤ ਆਪ ਦੇ ਪ੍ਰਾਣ ਨੇ, ਤੇ ਸਤਿਗੁਰ ਦੇ ਗਿਆਨ ਦੇ ਨਾਲ ਹੀ ਸਾਧ ਸੰਗਤ ਜੀ ਜਾਣਿਆ ਜਾ ਸਕਦਾ ਆ ਕਿ ਭਾਈ ਸੰਤ ਦੇਵਾਂ ਦੇ ਦੇਵ, ਪੂਜਨੀਕ ਦੇਵ ਨੇ, ਜੋ ਸਾਨੂੰ ਸੱਚ ਦਾ ਰਸਤਾ ਦਿਖਾਉਂਦੇ ਨੇ ਤੇ ਪ੍ਰਮਾਤਮਾ ਸਰੂਪ ਨੇ। ਸਤਿਗੁਰ ਬਾਬਾ ਫਰੀਦ ਮਹਾਰਾਜ ਜੀ ਫਰਮਾਉਂਦੇ ਨੇ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅੱਲਾਹ ਬੇਲੀ। ਕਿ ਪ੍ਰਮਾਤਮਾ ਨੇ ਕਿਰਪਾ ਕਰਕੇ ਜਦੋਂ ਮੈਨੂੰ ਸੰਤਾਂ ਦੀ ਸੰਗਤ ਨਾਲ ਮਿਲਿਆ, ਤੇ ਸੰਤਾਂ ਦੀ ਸੰਗਤ ਕਰਕੇ ਮੈਂ ਜਿੱਧਰ ਵੀ ਦੇਖਦਾ ਆ ਮੈਨੂੰ ਉਹ ਪ੍ਰਮਾਤਮਾ ਨਜ਼ਰ ਆਉਂਦਾ ਆ। ਸਾਧ ਸੰਗਤ ਜੀ ਬਹੁਤ ਮਹਾਨਤਾ ਹੈ ਸੰਤਾਂ ਦੀ ਸੰਗਤ ਦੀ, ਕਿਉਂਕਿ ਵੱਡ ਕਿਰਪਾ ਕਰਮਾਂ ਵਾਲੇ ਨੇ, ਬਹੁਤ ਬੜੀ ਕਿਰਪਾ ਹੁੰਦੀ ਉਹਨਾਂ ਸੰਗਤਾਂ ਤੇ ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਮਿਲਦੀ ਹੈ।
ਕਿਉਂਕਿ ਸੰਤਾਂ ਦੀ ਸੰਗਤ ਦੇ ਵਿੱਚ ਜਾ ਕੇ ਸਾਨੂੰ ਸੱਚ ਤੇ ਝੂਠ ਦਾ ਪਤਾ ਲੱਗਦਾ ਹੈ ਕਿ ਭਾਈ ਸੱਚ ਕੀ ਹੈ ਤੇ ਝੂਠ ਕੀ ਹੈ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਸਾਨੂੰ ਇਹੀ ਸਮਝਾਉਂਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀਰਾ, ਕਿ ਭਾਈ ਅਸੀਂ ਆਪਸ ਵਿੱਚ ਮਿਲ ਕੇ ਸੱਚ ਦੇ ਨਾਲ ਜੁੜ ਕੇ ਰਹੀਏ, ਸੰਤਾਂ ਦੀ ਸੰਗਤ ਕਰੀਏ। ਤੇ ਸਾਧ ਸੰਗਤ ਜੀ, ਸੰਤ ਉਹੀ ਮਹਾਨ ਹੈ ਜੋ ਸੰਗਤਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢੇ। ਉਹੀ ਸੰਤ ਮਹਾਨ ਹੈ, ਸੱਚਾ ਸਤਿਗੁਰੂ ਉਹੀ ਹੈ ਜਿਸ ਨੇ ਆਪ ਅੰਦਰੋਂ ਸੱਚ ਦੀ ਕਮਾਈ ਕੀਤੀ ਹੋਵੇ, ਜਿਸ ਨੇ ਆਪ ਆਪਣੇ ਅੰਦਰੋਂ ਉਸ ਪ੍ਰਮਾਤਮਾ ਦੇ ਦਰਸ਼ਨ ਦੀਦਾਰੇ ਕੀਤੇ ਹੋਣ, ਤੇ ਜੀਵਾਂ ਨੂੰ ਵੀ ਉਹ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਹਟਾ ਕੇ ਸੱਚ ਦੇ ਮਾਰਗ ਦੇ ਨਾਲ ਜੋੜਦਾ ਹੈ। ਐਸਾ ਮਹਾਨ ਸੰਤ, ਤੇ ਐਸੇ ਮਹਾਨ ਸੰਤਾਂ ਦੇ ਜਦੋਂ ਸਾਨੂੰ ਦਰਸ਼ਨ ਹੁੰਦੇ ਨੇ, ਉਹਨਾਂ ਦੀ ਸੰਗਤ ਹੁੰਦੀ ਹੈ, ਸਾਡੇ ਅੰਦਰ ਵੀ ਜੋ ਵਹਿਮ ਭਰਮ ਦਾ ਡਰ ਹੈ ਸਾਧ ਸੰਗਤ ਜੀ, ਜੋ ਅਗਿਆਨਤਾ ਦਾ ਡਰ ਹੈ, ਉਹ ਖਤਮ ਹੁੰਦਾ ਹੈ। ਇਸ ਲਈ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਅਸੀਂ ਪ੍ਰਮਾਤਮਾ ਤੋਂ ਸੰਤਾਂ ਦੀ ਸੰਗਤ ਮੰਗਣੀ ਹੈ, ਸੱਚ ਦੀ ਸੰਗਤ, ਤਾਂ ਜੋ ਸਾਡੇ ਮਨ ਦੇ ਵਿੱਚ ਜੋ ਜਨਮਾਂ ਜਨਮਾਂਤਰਾਂ ਦਾ ਹਨੇਰਾ ਆ ਨਾ ਅਗਿਆਨਤਾ ਦਾ, ਉਹ ਦੂਰ ਹੋ ਸਕੇ। ਨਾਮ ਤੇਰੇ ਕੀ ਜੋਤ ਲਗਾਈ, ਪਇਓ ਜਿਆਰੋ ਪਵਨ ਸਗਲਾਰੇ। ਸੰਤ ਚੀ ਸੰਗਤ ਸੰਤ ਕਥਾ ਰਸ, ਸੰਤ ਪ੍ਰੇਮ ਮਾਝੇ ਦੀਜੇ ਦੇਵਾ ਦੇਵ ਰਹਾਉ। ਸਤਿਗੁਰੂ ਰਵਿਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਉਸ ਪਰਮ ਪਿਤਾ ਪ੍ਰਮਾਤਮਾ ਤੋਂ ਕਿ ਹੇ ਦੇਵਾਂ ਦੇ ਦੇਵ ਪ੍ਰਮਾਤਮਾ ਜੀ, ਮੈਨੂੰ ਸੰਤਾਂ ਦੀ ਸੰਗਤ, ਸੰਤਾਂ ਦੀ ਕਥਾ ਦਾ ਆਨੰਦ ਅਤੇ ਸੰਤਾਂ ਨਾਲ ਪ੍ਰੇਮ ਦੇਣਾ ਕਰੋ ਜੀ। ਇਹ ਸੱਚ ਹੈ ਸਾਧ ਸੰਗਤ ਜੀ, ਜਿਸ ਤਰ੍ਹਾਂ ਦੀ ਸੰਗਤ ਅਸੀਂ ਕਰਦੇ ਹਾਂ ਨਾ, ਉਸੇ ਤਰ੍ਹਾਂ ਦਾ ਸਾਡੇ ਉੱਪਰ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਜੇਕਰ ਅਸੀਂ ਮਾੜੇ ਇਨਸਾਨਾਂ ਦੀ, ਮਾੜੇ ਜੀਵਾਂ ਦੀ ਸੰਗਤ ਕਰਦੇ ਹਾਂ, ਹੋ ਸਕਦਾ ਸਾਡੇ ਅੰਦਰ ਜੋ ਮਾੜੇ ਵਿਚਾਰ ਨੇ ਉਹ ਆਉਣੇ ਸ਼ੁਰੂ ਹੋ ਜਾਂਦੇ ਨੇ। ਪਰ ਜੇਕਰ ਅਸੀਂ ਸੱਚ ਦੀ ਸੰਗਤ ਕਰਦੇ ਹਾਂ, ਸੰਤਾਂ ਦੀ ਸੰਗਤ ਕਰਦੇ ਹਾਂ, ਤੇ ਸਾਧ ਸੰਗਤ ਜੀ ਹੌਲੀ ਹੌਲੀ ਜੋ ਸਾਡੇ ਅੰਦਰ ਵੀ ਜੋ ਸੰਤਾਂ ਵਰਗੇ ਗੁਣ ਨੇ ਆਉਣੇ ਸ਼ੁਰੂ ਹੋ ਜਾਂਦੇ ਨੇ। ਸਾਡੇ ਅੰਦਰੋਂ ਵੀ ਵਹਿਮ ਭਰਮ ਦਾ ਜੋ ਡਰ ਹੈ ਉਹ ਖਤਮ ਹੁੰਦਾ ਹੈ, ਗਿਆਨਤਾ ਦਾ ਡਰ। ਫਿਰ ਸਾਨੂੰ ਵੀ ਹਰ ਇਨਸਾਨ ਦੇ ਵਿੱਚ ਉਹ ਪ੍ਰਮਾਤਮਾ ਹੀ ਦਿਖਾਈ ਦਿੰਦਾ ਹੈ, ਨਾ ਕੋਈ ਵੱਡਾ ਲੱਗਦਾ, ਨਾ ਕੋਈ ਛੋਟਾ ਲੱਗਦਾ ਹੈ। ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਸਤ ਸੰਗਤ ਰਾਮ ਹਿਰਦੈ ਬਸਾਈ, ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਭੀਤਰ ਸਦਾ ਪ੍ਰਗਾਸ। ਕਿ ਸੰਤਾਂ ਦੀ ਸੰਗਤ ਵਿੱਚ ਜਾ ਕੇ ਜੀਵ ਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਸਾਧ ਸੰਗਤ ਜੀ ਵਾਸਾ ਹੁੰਦਾ ਹੈ, ਤੇ ਸੰਤਾਂ ਦੀ ਸੰਗਤ ਦੁਆਰਾ ਮਨ ਵਿੱਚ ਭਰੋਸਾ ਪੈਦਾ ਹੁੰਦਾ ਹੈ ਕਿ ਭਾਈ ਜੋ ਪ੍ਰਮਾਤਮਾ ਬ੍ਰਹਿਮੰਡ ਦੇ ਵਿੱਚ ਹੈ, ਉਹੀ ਪ੍ਰਮਾਤਮਾ ਸਾਡੇ ਸਰੀਰ ਦੇ ਵਿੱਚ ਹੈ। ਜਿਵੇਂ ਸਤਿਗੁਰੂ ਪੀਪਾ ਜੀ ਮਹਾਰਾਜ ਜੀ ਫਰਮਾਉਂਦੇ ਨੇ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੇ। ਤੇ ਭਾਈ ਇਹ ਪਾਵਨ ਪਵਿੱਤਰ ਜੋ ਗੱਲਾਂ ਨੇ, ਇਹ ਸੰਤਾਂ ਦੀ ਸੰਗਤ ਦੇ ਵਿੱਚ ਹੀ ਸਮਝ ਆਉਂਦੀਆਂ ਨੇ। ਨਹੀਂ ਤਾਂ ਮਾੜੀ ਸੰਗਤ ਕਰਕੇ ਜੋ ਜੀਵ ਹੈ ਇਹ ਸੋਚ ਲੈਂਦਾ ਕਿ ਭਾਈ ਪ੍ਰਮਾਤਮਾ ਹੈ ਹੀ ਨਹੀਂ, ਤੇ ਪ੍ਰਮਾਤਮਾ ਤੋਂ ਟੁੱਟ ਕੇ ਭਾਈ ਉਹ ਨਸ਼ਿਆਂ ਦੇ ਵਿੱਚ ਫਸ ਜਾਂਦਾ ਹੈ, ਮਾੜੇ ਕਰਮਾਂ ਦਾ ਸਹਾਰਾ ਲੈਂਦਾ ਹੈ। ਪਰ ਸੰਤਾਂ ਦੇ ਵੀ ਸਾਧ ਸੰਗਤ ਜੀ, ਸੰਤਾਂ ਦੀ ਸੰਗਤ ਦਾ ਇੰਨਾ ਅਸਰ ਹੁੰਦਾ ਆ ਕਿ ਜੋ ਜੀਵ ਹੈ ਮਾੜੇ ਕਰਮ ਕਰਨ ਤੋਂ ਡਰਦਾ ਆ, ਤੇ ਜਦੋਂ ਵੀ ਉਹਦਾ ਕਦਮ ਵੱਧਦਾ ਹੈ ਉਹ ਸੱਚ ਦੇ ਵੱਲ ਹੀ ਵੱਧਦਾ ਹੈ। ਸੰਤ ਆਚਰਣ ਸੰਤ ਚੋ ਮਾਰਗ, ਸੰਤ ਚ ਉਲਗ ਉਲਗਣੀ। ਅੱਗੇ ਸਤਿਗੁਰੂ ਜੀ ਸਮਝਾਣਾ ਕਰਦੇ ਨੇ, ਉਸ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਸਾਨੂੰ ਵੀ ਸਿੱਖ ਦੇ ਰਹੇ ਨੇ ਕਿ ਹੇ ਪ੍ਰਭੂ ਜੀ, ਸੰਤਾਂ ਵਾਲਾ ਆਚਰਣ, ਸੰਤਾਂ ਵਾਲਾ ਸ੍ਰੇਸ਼ਟ ਰਸਤਾ ਮੈਨੂੰ ਦਿਓ। ਕਿਉਂਕਿ ਸਾਧ ਸੰਗਤ ਜੀ ਜੋ ਸੰਤਾਂ ਦਾ ਮਾਰਗ ਹੈ ਨਾ, ਉਹ ਦੁਨੀਆ ਦਾ ਸਭ ਤੋਂ ਵਧੀਆ ਮਾਰਗ ਹੈ, ਸ੍ਰੇਸ਼ਟ ਮਾਰਗ ਹੈ, ਉਸ ਵਰਗਾ ਕੋਈ ਮਾਰਗ ਹੀ ਨਹੀਂ ਹੈ। ਕਿਉਂਕਿ ਜਿੰਨੇ ਵੀ ਸਾਧ ਸੰਗਤ ਜੀ ਭਾਰਤ ਦੇ ਵਿੱਚ ਸੰਤ ਹੋਏ ਨੇ, ਮਹਾਨ ਪੁਰਸ਼, ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਸਤਿਗੁਰੂ ਸਦਨਾ ਜੀ, ਸਤਿਗੁਰੂ ਸੈਨ ਜੀ ਮਹਾਰਾਜ, ਜਦੋਂ ਅਸੀਂ ਇਹਨਾਂ ਮਹਾਨ ਪੁਰਸ਼ਾਂ ਦੇ ਜੀਵਨ ਤੇ ਨਿਗਾਹ ਮਾਰਦੇ ਹਾਂ, ਉਹਨਾਂ ਨੂੰ ਪੜ੍ਹਦੇ ਹਾਂ, ਉਹਨਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨੂੰ ਪੜ੍ਹਦੇ ਹਾਂ, ਇੱਕ ਗੱਲ ਸਾਧ ਸੰਗਤ ਜੀ ਸਾਨੂੰ ਪਤਾ ਲੱਗਦੀ ਹੈ ਕਿ ਜੋ ਰਸਤਾ ਉਹਨਾਂ ਨੇ ਚੁਣਿਆ ਉਸ ਵਰਗਾ ਕੋਈ ਰਸਤਾ ਹੀ ਨਹੀਂ ਹੈ। ਕਿਉਂਕਿ ਬਹੁਤੇ ਜੋ ਸਾਧ ਸੰਗਤ ਜੀ ਜੋ ਦਿਖਾਵੇ ਵਾਲੇ ਸੰਤ ਨੇ ਨਾ, ਜੋ ਅੰਦਰੋਂ ਸੰਤ ਨਹੀਂ ਹੈ, ਬਾਹਰੋਂ ਭੇਖ ਜੋ ਸੰਤਾਂ ਵਰਗਾ ਕੀਤਾ ਹੋਇਆ ਹੈ, ਉਹ ਦੁਨੀਆ ਨੂੰ ਗੁੰਮਰਾਹ ਕਰਦੇ ਨੇ।
ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੇ ਵਿੱਚ ਫਸਾਉਂਦੇ ਨੇ। ਤੇ ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜੋ ਸੱਚੇ ਸੰਤ ਨੇ, ਜੋ ਆਪ ਸੱਚ ਦੇ ਮਾਰਗ ਤੇ ਚੱਲਦੇ ਨੇ ਤੇ ਜੀਵਾਂ ਨੂੰ ਵੀ ਸੱਚ ਦੇ ਮਾਰਗ ਤੇ ਤੋਰਦੇ ਨੇ, ਐਸੇ ਸੰਤਾਂ ਦਾ ਜੋ ਰਸਤਾ ਆ ਸਾਧ ਸੰਗਤ ਜੀ, ਉਹ ਸੱਚ ਵਾਲਾ ਆ। ਤੇ ਜਿੰਨੇ ਵੀ ਸਾਡੇ ਸੰਤ ਮਹਾਂਪੁਰਸ਼ ਹੋਏ ਨੇ ਸਾਧ ਸੰਗਤ ਜੀ, ਸਮੇਂ ਦੀਆਂ ਸਰਕਾਰਾਂ ਨਾਲ ਉਹਨਾਂ ਨੇ ਲੋਹਾ ਲਿਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੇ ਖਿਲਾਫ ਬਿਗਲ ਵਜਾਇਆ, ਲੋਕਾਂ ਨੂੰ ਸੱਚ ਦੇ ਰਾਹ ਤੇ ਪਾਇਆ। ਤੇ ਇਹ ਉਸ ਸਮੇਂ ਕੀਤਾ ਸਾਧ ਸੰਗਤ ਜੀ ਜਦੋਂ ਕਿਸੇ ਇੱਕ ਵਰਗ ਦਾ ਬੋਲਬਾਲਾ ਸੀ, ਐਸਾ ਬੋਲਬਾਲਾ ਕਿ ਆਮ ਵਰਗ ਦੀ ਤਾਂ ਉੱਥੇ ਸੁਣਵਾਈ ਵੀ ਨਹੀਂ ਜੀ ਹੁੰਦੀ ਸੀ। ਕੰਨਾਂ ਦੇ ਵਿੱਚ ਸਿੱਕੇ ਢਾਲ ਕੇ ਪਾ ਦੇਣੇ, ਜੀਭਾ ਕੱਟ ਦੇਣੀ, ਹੋਰ ਵੀ ਬਹੁਤ ਤਰ੍ਹਾਂ ਦੇ ਅਤਿਆਚਾਰ, ਤੇ ਕਿਸੇ ਪ੍ਰਕਾਰ ਦਾ ਕੋਈ ਅਧਿਕਾਰ ਨਹੀਂ ਸੀ। ਉਸ ਵੇਲੇ ਐਸੇ ਮਹਾਨ ਸਾਡੇ ਸਤਿਗੁਰੂ ਰਵਿਦਾਸ ਮਹਾਰਾਜ ਜੀ, ਜਿਨ੍ਹਾਂ ਨੇ ਸੱਚ ਦਾ ਬਿਗਲ ਵਜਾਇਆ। ਤੇ ਸਾਧ ਸੰਗਤ ਜੀ ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜੋ ਸੰਤਾਂ ਦਾ ਮਾਰਗ ਹੈ ਨਾ, ਉਸ ਵਰਗਾ ਕੋਈ ਮਾਰਗ ਹੈ ਹੀ ਨਹੀਂ ਹੈ ਦੁਨੀਆ ਦੇ ਵਿੱਚ। ਇਸ ਲਈ ਜੇ ਪ੍ਰਮਾਤਮਾ ਤੋਂ ਸਾਧ ਸੰਗਤ ਜੀ ਜੇ ਕੋਈ ਮਾਰਗ ਤੇ ਚੱਲਣਾ ਮੰਗਣਾ ਆ ਤਾਂ ਅਸੀਂ ਸੰਤਾਂ ਦਾ ਮਾਰਗ ਹੀ ਮੰਗੀਏ। ਸੰਤ ਆਚਰਣ, ਭਾਈ ਸੰਤਾਂ ਵਰਗਾ ਉਸ ਪ੍ਰਮਾਤਮਾ ਤੋਂ ਆਚਰਣ ਮੰਗੀਏ। ਸੰਤ ਚੋਂ ਮਾਰਗ, ਤੇ ਸੰਤਾਂ ਵਰਗਾ ਅਸੀਂ ਮਾਰਗ ਮੰਗੀਏ ਕਿ ਪ੍ਰਮਾਤਮਾ ਜੀ ਸਾਨੂੰ ਵੀ ਉਹ ਮਾਰਗ ਦਿਓ ਜਿਸ ਦੇ ਉੱਪਰ ਸੰਤ ਚੱਲਦੇ ਨੇ। ਸੰਤ ਚ ਉਲਗ ਉਲਗਣੀ, ਜਿਵੇਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਕਿ ਭਾਈ ਸੰਤਾਂ ਵਾਲਾ ਜੋ ਸ੍ਰੇਸ਼ਟ ਮਾਰਗ ਹੈ ਨਾ ਸਾਧ ਸੰਗਤ ਜੀ, ਤੇ ਧਰਮ ਦਾ ਜੋ ਰਸਤਾ ਆ ਉਹ ਕਿਸੇ ਵਡਭਾਗੀ ਜੀਵ ਨੂੰ ਪ੍ਰਾਪਤ ਹੁੰਦਾ ਆ। ਨਹੀਂ ਤਾਂ ਸਾਧ ਸੰਗਤ ਜੀ ਉਹ ਜੋ ਸਾਰੀ ਦੁਨੀਆ ਆ ਉਹ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦੇ ਵਿੱਚ ਹੀ ਫਸੀ ਹੋਈ ਹੈ। ਤੇ ਆਓ ਅਸੀਂ ਵੀ ਉਸ ਪ੍ਰਮਾਤਮਾ ਤੋਂ ਜੇ ਕੁਝ ਮੰਗਣਾ ਆ, ਸੰਤਾਂ ਦੀ ਸੰਗਤ ਮੰਗੀਏ ਕਿ ਹੇ ਪ੍ਰਮਾਤਮਾ ਜੀ ਮੈਨੂੰ ਸੰਤਾਂ ਦੇ ਦਾਸਾਂ ਦਾ ਦਾਸ ਬਣਾ ਦਿਓ ਜੀ, ਕਿਉਂਕਿ ਸੰਤਾਂ ਦੇ ਦਾਸਾਂ ਦਾ ਦਾਸ ਬਣਨ ਨਾਲ ਮੈਨੂੰ ਸੰਤਾਂ ਵਾਲੀ ਸੰਗਤ ਪ੍ਰਾਪਤ ਹੋਵੇਗੀ। ਹੋਰ ਇੱਕ ਮੰਗੋ ਭਗਤ ਚਿੰਤਾਮਣ, ਜਣੀ ਲਖਾਓ ਸੰਤ ਪਾਪੀ ਸਣ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਪ੍ਰਮਾਤਮਾ ਜੀ ਮੈਂ ਆਪ ਪਾਸੋਂ ਇੱਕ ਚੀਜ਼ ਹੋਰ ਮੰਗਦਾ ਹਾਂ ਕਿ ਮੈਨੂੰ ਮਨ ਇਛਿਤ ਫਲ ਦੇਣ ਵਾਲੀ ਨਾਮ ਰੂਪੀ ਭਗਤੀ ਮਣੀ ਦਿਓ। ਪਰ ਕਦੇ ਵੀ ਮੈਨੂੰ ਐਸੇ ਜੀਵਾਂ ਦਾ ਜਿਨ੍ਹਾਂ ਦਾ ਕਿਰਦਾਰ ਸੰਤਾਂ ਤੋਂ ਉਲਟ ਹੈ ਉਹਨਾਂ ਦੇ ਦਰਸ਼ਨ ਨਾ ਕਰਾਓ। ਤੇ ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸੰਗਤ ਦੀ ਮਹਾਨਤਾ ਦੱਸਦੇ ਹੋਏ ਸਮਝਾ ਰਹੇ ਨੇ ਕਿ ਭਾਈ ਜਿਹੜੇ ਮਾੜੇ ਇਨਸਾਨ ਨੇ, ਮਾੜੀ ਸੰਗਤ ਵਾਲੇ ਜੀਵ ਨੇ, ਉਹਨਾਂ ਦੀ ਸੰਗਤ ਅਸੀਂ ਕਦੇ ਨਹੀਂ ਕਰਨੀ। ਸਗੋਂ ਪ੍ਰਮਾਤਮਾ ਤੋਂ ਉਹਨਾਂ ਲਈ ਵੀ ਅਰਦਾਸ ਬੇਨਤੀ ਕਰਨੀ ਹੈ ਕਿ ਪ੍ਰਮਾਤਮਾ ਜੀ ਇਹਨਾਂ ਨੂੰ ਵੀ ਸਤ ਬੁੱਧੀ ਦਿਓ, ਇਹ ਵੀ ਸੱਚ ਦੇ ਮਾਰਗ ਤੇ ਚੱਲਣ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਸੰਤ ਮਿਲੈ ਕੁਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀ ਹੈ। ਕਿ ਭਾਈ ਜੇਕਰ ਸਾਨੂੰ ਕਿਤੇ ਵੀ ਕੋਈ ਸੰਤ ਮਹਾਂਪੁਰਸ਼ ਮਿਲੇ ਨਾ ਸਾਧ ਸੰਗਤ ਜੀ, ਸਾਨੂੰ ਉਹਨਾਂ ਦੇ ਅਨਮੋਲ ਪਾਵਨ ਪਵਿੱਤਰ ਵਚਨ ਸਰਵਣ ਕਰਨੇ ਚਾਹੀਦੇ ਨੇ, ਸੁਣਨੇ ਚਾਹੀਦੇ ਨੇ। ਤੇ ਜੇਕਰ ਮਨ ਦੇ ਵਿੱਚ ਕੋਈ ਸਵਾਲ ਹੋਵੇ, ਮਨ ਦੇ ਵਿੱਚ ਕੋਈ ਸ਼ੰਕਾ ਹੋਵੇ, ਉਹ ਸੰਤਾਂ ਪਾਸੋਂ ਪੁੱਛ ਲੈਣਾ ਚਾਹੀਦਾ ਹੈ ਤੇ ਉਹਨਾਂ ਦੇ ਵਚਨ ਸੁਣਨੇ ਚਾਹੀਦੇ ਨੇ, ਉਹਨਾਂ ਨਾਲ ਗਿਆਨ ਗੋਸ਼ਟੀ ਕਰਨੀ ਚਾਹੀਦੀ ਹੈ। ਪਰ ਭਾਈ ਜੇਕਰ ਕੋਈ ਖੋਟਾ ਪੁਰਸ਼ ਮਿਲ ਜਾਵੇ ਨਾ ਤਾਂ ਸਾਨੂੰ ਉਸ ਦੇ ਸਾਹਮਣੇ ਚੁੱਪ ਹੀ ਰਹਿਣਾ ਚਾਹੀਦਾ ਹੈ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਸੰਤ ਮਿਲੈ ਕੁਛ ਸੁਣੀਐ ਕਹੀਐ, ਮਿਲੈ ਅਸੰਤ ਮਸਟ ਕਰ ਰਹੀ ਹੈ। ਤੇ ਭਾਈ ਅੱਜ ਸਮਾਂ ਉਹ ਹੈ ਕਿ ਅੱਜ ਕਿਸੇ ਨਾਲ ਵਿਵਾਦ ਕਰਨ ਦਾ ਕੋਈ ਫਾਇਦਾ ਹੀ ਨਹੀਂ ਤੇ ਮਾਹੌਲ ਉਹ ਆ ਚੁੱਕਿਆ ਸਾਧ ਸੰਗਤ ਜੀ, ਜੇਕਰ ਅਸੀਂ ਕਿਸੇ ਨਾਲ ਵਿਵਾਦ ਕਰਦੇ ਹਾਂ, ਕਈ ਵਾਰੀ ਅਸੀਂ ਖਬਰਾਂ ਦੇ ਵਿੱਚ ਸੁਣਿਆ ਨਾ ਸਾਧ ਸੰਗਤ ਜੀ ਕਿ ਵਿਵਾਦ ਦੇ ਵਿੱਚ ਹੀ ਇੱਕ ਦੂਸਰੇ ਨੂੰ ਗੋਲੀ ਮਾਰ ਦਿੰਦੇ ਨੇ, ਲੜ ਪੈਂਦੇ ਨੇ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਇਹੀ ਸਮਝਾ ਰਹੇ ਨੇ ਕਿ ਭਾਈ ਵਿਵਾਦ ਦੇ ਵਿੱਚ ਨਹੀਂ ਜੇ ਪੈਣਾ ਅਸੀਂ। ਖਾਸ ਕਰਕੇ ਐਸੇ ਪੁਰਸ਼ ਜੋ ਸੰਤਾਂ ਦੇ ਉਲਟ ਚੱਲਦੇ ਨੇ, ਐਸੇ ਪੁਰਸ਼ ਜੋ ਨਸ਼ਿਆਂ ਦਾ ਸੇਵਨ ਕਰਦੇ ਨੇ, ਐਸੇ ਜੀਵ ਜੋ ਮਾੜੀ ਸੰਗਤ ਦੇ ਨੇ, ਉਹਨਾਂ ਤੋਂ ਸਾਨੂੰ ਦੂਰ ਹੀ ਰਹਿਣਾ ਚਾਹੀਦਾ ਤੇ ਉਹਨਾਂ ਨਾਲ ਕਦੇ ਵਿਵਾਦ ਦੇ ਵਿੱਚ ਪੈਣਾ ਹੀ ਨਹੀਂ ਜੇ ਚਾਹੀਦਾ। ਤੇ ਸੱਚ ਦਾ ਮਾਰਗ ਕਦੇ ਛੱਡਣਾ ਨਹੀਂ ਚਾਹੀਦਾ ਸਾਧ ਸੰਗਤ ਜੀ। ਤੇ ਐਸੇ ਮਾੜੇ ਕਰਮਾਂ ਵਾਲੇ ਜੀਵਾਂ ਦੇ ਲਈ ਵੀ ਪ੍ਰਮਾਤਮਾ ਤੋਂ ਅਸੀਂ ਅਰਦਾਸ ਬੇਨਤੀ ਕਰਨੀ ਹੈ ਕਿ ਪ੍ਰਮਾਤਮਾ ਜੀ ਇਹਨਾਂ ਨੂੰ ਵੀ ਸੱਚ ਦਾ ਰਾਹ ਮਿਲੇ,
ਇਹਨਾਂ ਦੇ ਜੀਵਨ ਦੇ ਵਿੱਚ ਵੀ ਸੁਧਾਰ ਹੋਵੇ। ਪਰਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਕਿ ਭਾਈ ਸਭ ਦਾ ਹੀ ਭਲਾ ਮੰਗਿਆ ਕਰ। ਤੇ ਸਾਧ ਸੰਗਤ ਜੀ, ਜੋ ਸਭ ਦਾ ਭਲਾ ਮੰਗਦਾ ਹੈ, ਸਤਿਗੁਰੂ ਜੀ ਫਰਮਾਉਂਦੇ ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ ਹੈ। ਅਸੀਂ ਕਿਸੇ ਦਾ ਵੀ ਮਾੜਾ ਨਹੀਂ ਜੇ ਸੋਚਣਾ ਸਾਧ ਸੰਗਤ ਜੀ, ਕਿਉਂਕਿ ਜਿਵੇਂ ਸਤਿਗੁਰੂ ਜੀ ਫਰਮਾਉਂਦੇ ਨੇ ਨਾ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਭਨ ਕੋ ਅੰਨ, ਛੋਟ ਬੜੇ ਸਭ ਸੰਬਸੈ ਰਵਿਦਾਸ ਰਹਿ ਪ੍ਰਸੰਨ। ਇਹ ਮਹਾਨ ਸੰਤ ਹੀ ਨੇ ਸਾਧ ਸੰਗਤ ਜੀ, ਜੋ ਸਭ ਦਾ ਭਲਾ ਮੰਗਦੇ ਨੇ। ਕਿਉਂਕਿ ਜੋ ਭਾਰਤ ਦੇਸ਼ ਹੈ ਸਾਧ ਸੰਗਤ ਜੀ, ਉਹ ਉਸ ਦੌਰ ਦੇ ਵਿੱਚੋਂ ਗੁਜ਼ਰ ਚੁੱਕਿਆ ਆ ਜਦੋਂ ਕਿਸੇ ਇੱਕ ਵਰਗ ਦਾ ਬੋਲਬਾਲਾ ਸੀ, ਇੱਕ ਧਰਮ ਦਾ ਬੋਲਬਾਲਾ ਸੀ, ਤੇ ਉਸਨੇ ਆਪਣੇ ਜੀਵਨ ਲਈ ਹੀ ਸਭ ਕੁਝ ਮੰਗਿਆ। ਪਰ ਸੱਚਾ ਸੰਤ ਉਹੀ ਹੁੰਦਾ ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗਾ, ਜੋ ਸਭ ਦੇ ਲਈ ਸਭ ਨੂੰ ਬਰਾਬਰ ਕਰਨਾ ਚਾਹੁੰਦੇ ਨੇ। ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤੈ ਠਾਓ, ਨਾ ਤਸਵੀਜ਼ ਖਿਰਾਤ ਨਾ ਮਾਲ, ਖੋਫ ਨਾ ਕਤਾ ਨਾ ਤਰਸ ਜਵਾਲ। ਕਿ ਐਸਾ ਰਾਜ ਜਿਸ ਦੇ ਵਿੱਚ ਕੋਈ ਨਾ ਕੋਈ ਵੱਡਾ ਹੋਵੇ ਨਾ ਕੋਈ ਛੋਟਾ ਹੋਵੇ, ਨਾ ਕਿਸੇ ਪ੍ਰਕਾਰ ਦਾ ਕੋਈ ਡਰ ਹੋਵੇ ਸਾਧ ਸੰਗਤ ਜੀ, ਨਾ ਕੋਈ ਜਬਰੀ ਟੈਕਸ ਦੇਣਾ ਪਵੇ, ਨਾ ਕੋਈ ਜਾਤ ਪਾਤ ਹੋਵੇ, ਨਾ ਊਚ ਨੀਚ ਛੂਆ-ਛਾਤ, ਤੇ ਸਭ ਬਰਾਬਰ ਹੋਣ, ਸਭ ਨੂੰ ਮਾਨਵੀ ਅਧਿਕਾਰ, ਹਰ ਪ੍ਰਕਾਰ ਦੇ ਅਧਿਕਾਰ ਹੋਣ। ਇਹੀ ਸੰਤਾਂ ਦਾ ਕਿਰਦਾਰ ਹੁੰਦਾ ਸਾਧ ਸੰਗਤ, ਜੋ ਕਿਸੇ ਇੱਕ ਵਰਗ ਦਾ ਨਹੀਂ, ਸਭਨਾ ਜੀਵਾਂ ਦਾ ਹੀ ਭਲਾ ਚਾਹੁੰਦੇ ਨੇ। ਐਸੇ ਮਹਾਨ ਸੰਤ ਹੋਰ ਇੱਕ ਮੰਗੋ ਭਗਤ ਚਿੰਤਾਮਣ, ਜਣੀ ਲਖਾਓ ਅਸੰਤ ਪਾਪੀ ਸਣ। ਤੇ ਆਓ ਸਾਧ ਸੰਗਤ ਜੀ, ਅਸੀਂ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਸੋਂ, ਪਰਮ ਪਿਤਾ ਪਰਮਾਤਮਾ ਪਾਸੋਂ ਭਗਤੀ ਰੂਪੀ ਨਾਮ ਰੂਪੀ ਮਣੀ ਮੰਗੀ। ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਐਸੀ ਭਗਤ ਨਾ ਹੋਈ ਰਹਿ ਭਾਈ, ਨਾਮ ਰਾਮ ਨਾਮ ਬਿਨ ਜੋ ਕੁਛ ਕਰੀਏ, ਸੋ ਸਭ ਪਰਮ ਕਹਾਈ। ਕਿ ਭਾਈ ਉਸ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਸਭ ਤੋਂ ਜ਼ਰੂਰੀ ਹੈ ਸੇਵਾ ਸਿਮਰਨ ਕਰਨੀ। ਤੇ ਸਤਿਗੁਰਾਂ ਨੇ ਸਾਨੂੰ ਰਸਤਾ ਦਿਖਾਇਆ, ਹੱਥਾਂ ਨਾਲ ਕਿਰਤ ਕਰੋ, ਜੀਵਾਂ ਨਾਲ ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਦੇ ਰਹੋ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਤੇ ਜਿੰਨੇ ਵੀ ਅਸੀਂ ਕਰਮ ਕਾਂਡ ਕਰਦੇ ਹਾਂ ਸਾਧ ਸੰਗਤ ਜੀ, ਉਹ ਸਭ ਪਰਮ ਹੈ। ਸਾਨੂੰ ਜਦੋਂ ਵੀ ਸੱਚ ਦੀ ਪ੍ਰਾਪਤੀ ਹੋਣੀ, ਆਪਣੇ ਅੰਦਰੋਂ ਹੀ ਹੋਣੀ ਹੈ। ਸਭ ਕੁਝ ਕਰਮ ਹੈ ਬਾਹਰ ਨਾਹੀ, ਬਾਹਰ ਟੋਲੇ ਸੋ ਪਰਮ ਭਲਾਈ। ਤੇ ਹੋਣੀ ਕਿਵੇਂ ਹੈ? ਜਦੋਂ ਅਸੀਂ ਧਿਆਨ ਲਗਾ ਕੇ ਉਸ ਪਰਮਾਤਮਾ ਦਾ ਸਿਮਰਨ ਕਰਾਂਗੇ, ਇਮਾਨਦਾਰੀ ਦੀ ਰੋਟੀ ਕਮਾਵਾਂਗੇ ਸਾਧ ਸੰਗਤ ਜੀ, ਤੇ ਜੋ ਵੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਦਿੰਦੇ ਹੋਏ, ਅਸੀਂ ਸੱਤ ਦੇ ਮਾਰਗ ਤੇ ਚੱਲਾਂਗੇ। ਰਵਿਦਾਸ ਭਣੇ ਜੋ ਜਾਣੇ ਸੋ ਜਾਣ, ਸੰਤ ਅਨੰਤੈ ਅੰਤਰ ਨਾਹੀ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ, ਕਿ ਸੰਸਾਰੀ ਲੋਕ ਸੰਤਾਂ ਨੂੰ ਜੋ ਮਰਜ਼ੀ ਸਮਝਣ, ਪਰ ਅਸਲੀਅਤ ਇਹ ਹੈ ਸਾਧ ਸੰਗਤ ਜੀ, ਸੰਤ ਅਤੇ ਪਾਰ ਬ੍ਰਹਮ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਸੰਤ ਸੰਸਾਰ ਦੇ ਵਿੱਚ ਪ੍ਰਮਾਤਮਾ ਦੇ ਰੂਪ, ਪ੍ਰਮਾਤਮਾ ਦਾ ਹੀ ਰੂਪ ਹੁੰਦੇ ਨੇ। ਰਵਿਦਾਸ ਭਣੇ ਜੋ ਜਾਣੇ ਸੋ ਜਾਣ, ਸੰਤ ਅਨੰਤ ਅੰਤਰ ਨਹੀਂ। ਭਾਈਏ, ਜੋ ਸਮੇਂ ਦੀਆਂ ਸਰਕਾਰਾਂ ਨੇ, ਸਮੇਂ ਦੇ ਜੋ ਮਾੜੇ ਕਰਮਾਂ ਵਾਲੇ ਜੀਵ ਨੇ ਸਾਧ ਸੰਗਤ ਜੀ, ਜਦੋਂ ਸੰਤ ਸੱਚ ਦੇ ਮਾਰਗ ਤੇ ਚੱਲਦਾ ਆ, ਤੇ ਜਿੰਨੇ ਵੀ ਸੰਤ ਮਹਾਂਪੁਰਸ਼ ਹੋਏ ਨੇ, ਬਹੁਤੇ ਸੰਤ ਨੇ ਸਾਧ ਸੰਗਤ ਜੀ, ਜਿਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਨਾਲ ਲੋਹਾ ਲਿਆ। ਕਿਉਂਕਿ ਜੋ ਸੱਚ ਹੈ ਨਾ ਸਾਧ ਸੰਗਤ ਜੀ, ਜਿਵੇਂ ਜਦੋਂ ਕੋਈ ਬੱਦਲ ਆਉਂਦੇ ਨੇ, ਸੂਰਜ ਕੁਝ ਸਮੇਂ ਲਈ ਲੁਕ ਸਕਦਾ ਆ, ਰਾਤ ਹੁੰਦੀ ਹੈ, ਇਹ ਨਹੀਂ ਹੈ ਵੀ ਸੂਰਜ ਚਲਾ ਗਿਆ। ਸੱਚ ਨੇ ਆਉਣਾ ਹੀ ਹੁੰਦਾ ਆ। ਸਤਿਗੁਰੂ ਰਵਿਦਾਸ ਮਹਾਰਾਜ ਜੀ, ਜਿਨ੍ਹਾਂ ਦੇ 52 ਰਾਜੇ ਚੇਲੇ ਹੋਏ ਨੇ, ਪਰ ਸਾਧ ਸੰਗਤ ਜੀ, ਜੋ ਸਮੇਂ ਦੇ ਜਿਨ੍ਹਾਂ ਦਾ ਰਾਜ ਸੀ, ਉਹਨਾਂ ਨੇ ਸਤਿਗੁਰਾਂ ਦੀ ਜਦੋਂ ਸ਼ਿਕਾਇਤ ਕੀਤੀ ਰਾਜਾ ਪਾਸ, ਇੱਕ ਵਾਰ ਰਾਜਾ ਨੂੰ ਵੀ ਲੱਗਿਆ ਹੋ ਸਕਦਾ ਕਿ ਭਾਈ ਇਹਨਾਂ ਦੀ ਗੱਲ ਸੱਚ ਹੋਵੇ, ਪਰ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ, ਉਹਨਾਂ ਦੇ ਵੀ ਵਿਚਾਰ ਬਦਲੇ। ਤੇ ਇੰਨੇ ਮਹਾਨ ਸਾਡੇ ਸਤਿਗੁਰੂ ਕਿ ਭਾਈ 52 ਰਾਜੇ ਜਿਨ੍ਹਾਂ ਨੇ ਸਤਿਗੁਰਾਂ ਨੂੰ ਆਪਣਾ ਗੁਰੂ ਬਣਾਇਆ। ਇਸ ਲਈ ਸਤਿਗੁਰਾਂ ਨੂੰ, ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਉਪਾਧੀ ਦਿੱਤੀ ਸੀ ਵਿਸ਼ਵ ਗੁਰੂ ਦੀ। ਇਸ ਲਈ ਅਸੀਂ ਸਤਿਗੁਰਾਂ ਨੂੰ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿ ਕੇ ਨਮਸਕਾਰਾਂ ਕਰਦੇ ਹਾਂ। ਧੰਨ ਧੰਨ ਜਗਤ ਗੁਰੂ, ਕਿਉਂਕਿ ਉਹ ਸਮੇਂ ਦੇ ਵਿਸ਼ਵ ਗੁਰੂ ਹੋਏ ਨੇ ਸਾਧ ਸੰਗਤ ਜੀ। ਤੇ ਇਹ ਵੀ ਸੱਚ ਹੈ, ਜਿੰਨੇ ਵੀ ਸਾਡੇ ਸੰਤ ਮਹਾਂਪੁਰਸ਼ ਹੋਏ ਨੇ,
ਉਹਨਾਂ ਦਾ ਵਿਰੋਧ ਵੀ ਹੋਇਆ ਹੈ, ਕਿਉਂਕਿ ਝੂਠ ਨੇ ਸੱਚ ਦਾ ਵਿਰੋਧ ਕਰਨਾ ਹੀ ਹੁੰਦਾ ਆ। ਰਵਿਦਾਸ ਪਣੇ ਜੋ ਜਾਣੇ ਸੋ ਜਾਣ, ਸੰਤ ਅਨੰਤ ਅੰਤਰ ਨਹੀਂ। ਪਰ ਭਾਈ ਜੋ ਪ੍ਰਮਾਤਮਾ ਦੇ ਸੰਤ ਨੇ ਉਹ ਦੁਨੀਆ ਦੀ ਪਰਵਾਹ ਨਹੀਂ ਜੇ ਕਰਦੇ, ਕਿਉਂਕਿ ਦੁਨੀਆ ਦੇ ਵਿੱਚ ਬਹੁਤੇ ਲੋਕ ਨੇ ਜੋ ਝੂਠ ਦੇ ਮਾਰਗ ਤੇ ਚੱਲਦੇ ਨੇ, ਜਿਨ੍ਹਾਂ ਦੀ ਦੁਕਾਨਾਂ ਹੀ ਝੂਠ ਦੇ ਨਾਂ ਤੇ ਚੱਲਦੀਆਂ ਨੇ। ਤੇ ਜਦੋਂ ਝੂਠ ਦਾ ਸੱਚ ਦੇ ਨਾਲ ਸਾਹਮਣਾ ਹੁੰਦਾ ਹੈ ਸਾਧ ਸੰਗਤ ਜੀ, ਝੂਠ ਨੇ ਸੱਚ ਦਾ ਵਿਰੋਧ ਕਰਨਾ ਹੀ ਹੁੰਦਾ ਹੈ। ਪਰ ਜੋ ਸੱਚ ਹੈ ਉਹ ਕਦੇ ਵੀ ਝੂਠ ਦੀ ਪਰਵਾਹ ਨਹੀਂ ਕਰਦਾ, ਸਗੋਂ ਝੂਠ ਨੂੰ ਸੱਚ ਤੋਂ ਡਰ ਹੁੰਦਾ ਹੈ ਕਿ ਭਾਈ ਇਹ ਜਿੱਤ ਨਾ ਜਾਵੇ। ਪਰ ਸਾਧ ਸੰਗਤ ਜੀ, ਸੱਚ ਕਿਸੇ ਵੱਲ ਨਹੀਂ ਜੇ ਦੇਖਦਾ। ਸੱਚ ਨੇ ਆਪਣਾ ਜੋ ਰਫਤਾਰ ਹੈ, ਆਪਣੇ ਜੋ ਕਦਮ ਨੇ ਉਹ ਅੱਗੇ ਵਧਾਈ ਜਾਣੇ। ਉਸਨੇ ਜੋ ਆਪਣੀ ਚਾਲ ਹੈ ਉਹ ਚੱਲਣੀ ਹੈ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਜਿਵੇਂ ਸਤਿਗੁਰੂ ਜੀ ਅੱਜ ਫਰਮਾ ਰਹੇ ਨੇ, ਰਵਿਦਾਸ ਪਣੇ ਜੋ ਜਾਣੇ ਸੋ ਜਾਣ। ਭਾਈ ਜੋ ਮਰਜ਼ੀ ਸਮਝੀ ਜਾਣ ਸਮਾਜ ਦੇ ਲੋਕ, ਇਹ ਜੋ ਸੰਸਾਰ ਦੇ ਲੋਕ ਸੰਤਾਂ ਨੂੰ ਜੋ ਮਰਜ਼ੀ ਕਹਿਣ, ਪਰ ਇੱਕ ਅਟਲ ਸੱਚਾਈ ਹੈ ਭਾਈ, ਸੰਤ ਅਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਸਤਿਗੁਰ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਕਿ ਭਾਈ ਸੰਤਾਂ ਦੀ ਸੋਭਾ ਸੰਤ ਹੀ ਜਾਣਦੇ ਨੇ, ਤੇ ਹੇ ਭਾਈ ਸੰਤਾਂ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ। ਇਸ ਲਈ ਸਾਧ ਸੰਗਤ ਜੀ, ਧੰਨ ਧੰਨ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਅੱਜ ਸਾਨੂੰ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ ਸੰਤਾਂ ਦੀ ਪਾਵਨ ਤੇ ਪਵਿੱਤਰ ਸੰਗਤ ਕਰਨ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ ਕਰਮਾਂ ਵਾਲੇ ਉਹ ਜੀਵ ਨੇ ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਕਿਉਂਕਿ ਸਾਧ ਸੰਗਤ ਜੀ, ਸੰਤਾਂ ਦੀ ਸੰਗਤ ਦੇ ਨਾਲ ਸਾਡੇ ਮਨ ਦੇ ਵਿੱਚ ਜੋ ਅਡੰਬਰ, ਵਹਿਮ, ਭਰਮ, ਪਖੰਡ ਨੇ ਉਹ ਦੂਰ ਹੁੰਦੇ ਨੇ। ਸੰਤਾਂ ਦੇ ਵਿੱਚ ਜਾ ਕੇ ਹੀ, ਉਹਨਾਂ ਦੇ ਵਿੱਚ ਬੈਠ ਕੇ ਸਾਨੂੰ ਪਤਾ ਲੱਗਦਾ ਆ ਕਿ ਭਾਈ ਵਹਿਮ, ਭਰਮ, ਅਡੰਬਰ ਇਹ ਸਭ ਦਿਖਾਵਾ ਨੇ। ਪਰਮਾਤਮਾ ਤਾਂ ਸਾਡੇ ਅੰਦਰ ਹੀ ਬੈਠਾ ਆ। ਰਵਿਦਾਸ ਸੋਈ ਸਾਧੂ ਭਲੋ, ਜੋ ਜਗ ਮੈਂ ਲਿਪਤ ਨਾ ਹੋਏ। ਗੋਬਿੰਦ ਸੋ ਰਾਚਾ ਰਹੈ, ਹੋਰ ਨਾ ਜਾਣੇ ਕੋਈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਉਹੀ ਸਾਧੂ ਭਲਾ ਹੈ ਜੋ ਸੰਸਾਰ ਦੇ ਵਿੱਚ ਲਿਪਤ ਨਹੀਂ ਜੀ ਹੁੰਦਾ। ਉਹ ਸੰਸਾਰ ਦੇ ਵਿੱਚ ਰਹਿੰਦਾ ਆ, ਕਾਰ ਵਿਹਾਰ ਕਰਦਾ ਸਾਧ ਸੰਗਤ ਜੀ, ਪਰਿਵਾਰਕ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ, ਤੇ ਆਪਣੇ ਅੰਦਰੋਂ ਸੱਚ ਦੀ ਖੋਜ ਕਰਕੇ ਦੁਨੀਆ ਨੂੰ ਵੀ ਸੱਚ ਦਾ ਰਾਹ ਦਿਖਾਉਂਦਾ ਹੈ। ਜਿਵੇਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪ ਕਿਰਤ ਕਮਾਈ ਕੀਤੀ ਸਾਧ ਸੰਗਤ ਜੀ, ਗ੍ਰਹਿਸਥੀ ਜੀਵਨ ਦੇ ਵਿੱਚ ਰਹਿ ਕੇ ਗ੍ਰਹਿਸਥ ਵੀ ਸੰਭਾਲੀ, ਪਰਿਵਾਰ ਵੀ ਸੰਭਾਲਿਆ, ਕਿਰਤ ਕਮਾਈਆਂ ਵੀ ਕੀਤੀਆਂ ਤੇ ਸੱਚ ਦੇ ਮਾਰਗ ਤੇ ਵੀ ਚੱਲੇ। ਆਪਣੇ ਅੰਦਰੋਂ ਸੱਚ ਦੀ ਖੋਜ ਕਰਕੇ ਜੀਵਾਂ ਨੂੰ ਵੀ ਸੱਚ ਦੇ ਰਾਹ ਤੇ ਬੇਗਮਪੁਰਾ ਦਾ ਰਾਜ ਵਸਾਉਣ ਦਾ ਸਾਧ ਸੰਗਤ ਜੀ ਜੋ ਸੰਕਲਪ ਲਿਆ। ਰਵਿਦਾਸ ਸੋਈ ਸਾਧੂ ਭਲੋ, ਜੋ ਮਨ ਅਭਿਮਾਨ ਨਾ ਲਾਏ। ਉਹ ਗੁਣ ਛਾੜ ਗੁਣ ਗਹਿ, ਸਿਮਰੈ ਗੋਬਿੰਦ ਰਾਏ। ਰਵਿਦਾਸ ਸੋਈ ਸਾਧੂ ਭਲੋ, ਜੋ ਰਹਿ ਸਦਾ ਨਿਰਵੈਰ। ਸੁਖਦਾਈ ਸਮਤਾ ਗਹਿ, ਸਭਨੇ ਮੰਗੈ ਖੈਰ। ਕਿ ਭਾਈ ਇਹ ਸੰਤੀ ਨੇ ਜੋ ਸਭ ਦਾ ਭਲਾ ਮੰਗਦੇ ਨੇ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਉਹੀ ਸਾਧੂ ਉੱਤਮ ਹੈ ਜਿਸ ਦੇ ਵਿੱਚ ਕੋਈ ਵੈਰ ਨਹੀਂ ਜੀ ਹੁੰਦਾ। ਭਾਈ ਉਹ ਸਾਧੂ ਨਹੀਂ ਹੈ ਜਿਸ ਦੇ ਮਨ ਦੇ ਵਿੱਚ ਵੈਰ ਹੋਵੇ। ਕਿਉਂਕਿ ਇੱਕ ਸੱਚਾ ਸੰਤ ਸਾਧ ਸੰਗਤ ਜੀ ਆਪਣੇ ਦੁਸ਼ਮਣ ਦਾ ਵੀ ਭਲਾ ਮੰਗਦਾ ਹੈ, ਕਿਉਂਕਿ ਸਾਧੂ ਸੰਤਾਂ ਦਾ ਕੋਈ ਦੁਸ਼ਮਣ ਹੁੰਦਾ ਹੀ ਨਹੀਂ ਹੈ, ਜੀਵਾਂ ਨੂੰ ਲੱਗਦਾ ਆ। ਸੰਤ ਸੱਚ ਨੇ ਤੇ ਜੋ ਮਾੜੀ ਸੰਗਤ ਵਾਲੇ ਜੀਵ ਨੇ ਉਹ ਝੂਠ ਨੇ ਸਾਧ ਸੰਗਤ ਜੀ। ਪਰ ਜੋ ਸੱਚਾ ਸਾਧੂ ਹੁੰਦਾ ਹੈ ਆਪਣੇ ਵਿਰੋਧ ਕਰਨ ਵਾਲਿਆਂ ਦਾ ਵੀ ਭਲਾ ਮੰਗਦਾ ਹੈ। ਰਵਿਦਾਸ ਸੋਈ ਸਾਧੂ ਭਲੋ, ਜੋ ਰਹਿ ਸਦਾ ਨਿਰਵੈਰ। ਸੁਖਦਾਈ ਸਮਤਾ ਗਹਿ, ਸਭਨੇ ਮੰਗੈ ਖੈਰ। ਕਿ ਭਾਈ ਉਹ ਸਭ ਲਈ ਹੀ ਭਲਾ ਮੰਗਦਾ ਹੈ। ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੈ ਸਬਨ ਕੋ ਅੰਨ। ਛੋਟ ਬੜੇ ਸਭ ਸੰਭਸੈ, ਰਵਿਦਾਸ ਰਹਿ ਪ੍ਰਸੰਨ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਭ ਲਈ ਭਲਾ ਮੰਗਦੇ ਨੇ ਸਾਧ ਸੰਗਤ ਜੀ, ਸਭ ਨੂੰ ਬਰਾਬਰ ਕਰਨਾ ਚਾਹੁੰਦੇ ਨੇ। ਕੋਈ ਨਾ ਵੱਡਾ ਹੋਵੇ ਨਾ ਕੋਈ ਛੋਟਾ ਹੋਵੇ। ਰਵਿਦਾਸ ਸੋਈ ਸਾਧੂ ਭਲੋ, ਜੋ ਆਪਨ ਨਾ ਜਤਾਏ। ਸਤਵਾਦੀ ਸਾਚਾ ਰਹਿ, ਮਨ ਹਰ ਚਰਨਨ ਮੈਂ ਲਾਏ। ਰਵਿਦਾਸ ਸੋਈ ਸਾਧੂ ਭਲੋ, ਜੈ ਮਨ ਨਿਰਮਲ ਹੋਏ। ਰਾਮ ਭਜੈ ਵਿਸ਼ਾਤ ਜੈ, ਮਿਸ਼ਬਾਸ਼ੀ ਨਾ ਹੋਏ। ਸੋ ਆਓ ਸਾਧ ਸੰਗਤ ਜੀ, ਅੱਜ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਸੰਤਾਂ ਦੀ ਸੰਗਤ ਦੀ ਮਹਾਨਤਾ ਦਰਸਾ ਰਹੇ ਨੇ ਕਿ ਭਾਈ ਜੋ ਸਾਧੂ ਦੀ ਸੰਗਤ ਹੈ, ਸੰਤਾਂ ਦੀ ਸੰਗਤ ਹੈ, ਉਹ ਕਿਸੇ ਕਰਮਾਂ ਵਾਲੇ ਜੀਵ ਨੂੰ ਪ੍ਰਾਪਤ ਹੁੰਦੀ ਹੈ। ਤੇ ਸਾਧ ਸੰਗਤ ਜੀ, ਜੇ ਸਾਨੂੰ ਸਾਧੂ ਦੀ ਸੰਗਤ ਕਰਨ ਦਾ ਸਮਾਂ ਮਿਲਦਾ ਹੈ, ਵਡਭਾਗੀ ਆ ਕਿ ਐਸਾ ਸਮਾਂ ਸਾਨੂੰ ਮਿਲਿਆ ਹੈ। ਕਿਉਂਕਿ ਸੰਤ ਅਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਜੀ ਹੁੰਦਾ।
ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜੋ ਸੰਤ ਨੇ ਨਾ, ਉਹ ਜੀਵਾਂ ਦੇ ਅੰਦਰੋਂ ਵਹਿਮ ਭਰਮ ਅਡੰਬਰ ਪਖੰਡ ਕੱਢ ਕੇ ਉਸ ਨੂੰ ਸੱਚ ਨਾਲ ਜੋੜਦੇ ਨੇ। ਤੇ ਅੱਜ ਧੰਨ ਧੰਨ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਡੇਰਾ ਸੱਚਖੰਡ ਬੱਲਾ, ਉਹਨਾਂ ਦਾ ਜੋ ਜਨਮ ਦਿਵਸ ਹੈ, ਸਾਧ ਸੰਗਤ ਜੀ ਆਓ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਵਾਲੇ ਐਡੇ ਮਹਾਨ ਸੰਤਾਂ ਦੇ ਦਰਸ਼ਨ ਦੀਦਾਰੇ ਕਰੀਏ, ਉਹਨਾਂ ਦਾ ਜੋ ਜਨਮ ਦਿਵਸ ਮਨਾਈਏ। ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਪਾਵਨ ਪਵਿੱਤਰ ਸਥਾਨ ਕਾਸ਼ੀ ਬਨਾਰਸ ਵਿਖੇ ਤੇ ਘਰ ਘਰ ਦੇ ਵਿੱਚ ਜੋ ਅੰਮ੍ਰਿਤ ਬਾਣੀ ਦੀ ਜੋਤ ਜਗਾਈ ਹੈ ਸਾਧ ਸੰਗਤ ਜੀ, ਉਸ ਦੇ ਵਿੱਚ ਡੇਰਾ ਸੱਚਖੰਡ ਬੱਲਾ ਦਾ ਬਹੁਤ ਹੀ ਵੱਡਾ ਯੋਗਦਾਨ ਹੈ। ਜਿੰਨੇ ਵੀ ਸਾਡੇ ਸਾਧੂ ਸੰਤ ਸਮਾਜ ਦੇ ਨੇ ਸਾਧ ਸੰਗਤ ਜੀ, ਸਾਰੇ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਪਰ ਜੋ ਪ੍ਰਚਾਰ ਪ੍ਰਸਾਰ ਡੇਰਾ ਸੱਚਖੰਡ ਬੱਲਾ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਨੇ ਕੀਤਾ ਆ, ਉਹ ਵਡਮੁੱਲਾ ਹੈ। ਤੇ ਆਓ ਐਸੇ ਮਹਾਨ ਸੰਤਾਂ ਦੇ ਚਰਨਾਂ ਦੀ ਧੂੜ ਬਣੀਏ ਸਾਧ ਸੰਗਤ ਜੀ, ਨਮਸਕਾਰਾਂ ਕਰੀ, ਉਹਨਾਂ ਦਾ ਜਨਮ ਦਿਵਸ ਮਨਾਈਏ। ਤੇ ਜੋ ਰਸਤਾ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਿਖਾ ਰਹੇ ਨੇ, ਉਸ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਪੜੋ, ਜੁੜੋ, ਸੰਘਰਸ਼ ਕਰੋ। ਇਹੀ ਸਭ ਨੂੰ ਬੇਨਤੀ ਹੈ ਕਿ ਭਾਈ ਜਿਵੇਂ ਬਾਬਾ ਸਾਹਿਬ ਨੇ ਫਰਮਾਇਆ ਸੀ, ਪੜੋ, ਜੁੜੋ, ਸੰਘਰਸ਼ ਕਰੋ। ਸਤਿਗੁਰੂ ਜੀ ਵੀ ਇਹੀ ਸਮਝਾ ਰਹੇ ਨੇ, ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਅਜਾਨ। ਕਿ ਭਾਈ ਆਪਣੇ ਬੱਚਿਆਂ ਨੂੰ ਅੱਛੀ ਸਿੱਖਿਆ ਦਿਓ, ਸਕੂਲਾਂ ਕਾਲਜਾਂ ਦੀ ਪੜ੍ਹਾਈ ਦਿਓ। ਇਹੀ ਸਤਿਗੁਰਾਂ ਦਾ ਫਰਮਾਨ ਹੈ ਤੇ ਇਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਸਾਨੂੰ ਸਮਝਾਇਆ ਹੈ। ਸਕੂਲਾਂ ਕਾਲਜਾਂ ਦੀ ਪੜ੍ਹਾਈ ਵੀ ਜ਼ਰੂਰੀ ਹੈ ਤੇ ਗੁਰਬਾਣੀ ਦੀ ਅਧਿਆਤਮਿਕ ਸਿੱਖਿਆ ਵੀ ਜ਼ਰੂਰੀ ਹੈ। ਕਿਤੇ ਇਹ ਨਾ ਹੋਣ ਕਿ ਸਾਡੇ ਜੋ ਬੱਚੇ ਨੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਜਾਣ। ਬਹੁਤੇ ਜੀਵ ਨੇ ਸਾਧ ਸੰਗਤ ਜੀ ਜੋ ਬਹੁਤ ਵਧੀਆ ਪੜ੍ਹੇ ਲਿਖੇ ਨੇ, ਪਰ ਮਨ ਦੇ ਵਿੱਚ ਜੋ ਵਹਿਮਾਂ ਭਰਮਾਂ ਦਾ ਡਰ ਲਈ ਬੈਠੇ ਨੇ। ਇਸ ਲਈ ਸਾਨੂੰ ਜ਼ਰੂਰੀ ਹੈ ਭਾਈ ਆਪਣੇ ਬੱਚਿਆਂ ਨੂੰ ਸਕੂਲਾਂ ਕਾਲਜਾਂ ਦੀ ਪੜ੍ਹਾਈ ਵੀ ਕਰਾਉਣੀ ਹੈ ਤੇ ਨਾਲ ਅਸੀਂ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨਾਲ ਵੀ ਜੋੜਨਾ ਹੈ। ਜੁੜੋ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂਮੱਖੀ ਰਾ। ਕਿ ਭਾਈ ਸੰਤਾਂ ਦੀ ਸੰਗਤ ਨਾਲ ਜੁੜੋ, ਸੱਚ ਦੀ ਸੰਗਤ ਨਾਲ ਜੁੜੋ, ਤਾਂ ਜੋ ਸਾਨੂੰ ਸੱਚ ਤੇ ਝੂਠ ਦਾ ਪਤਾ ਲੱਗ ਸਕੇ ਕਿ ਕੀ ਵਹਿਮ ਭਰਮ ਹੁੰਦਾ ਤੇ ਕੀ ਪਖੰਡ ਹੁੰਦਾ। ਸਾਧ ਸੰਗਤ ਜੀ, ਬੇਗਮਪੁਰਾ ਦਾ ਮਿਸ਼ਨ ਕੀ ਹੈ ਤੇ ਰਲ ਮਿਲ ਕੇ ਅਸੀਂ ਸੰਘਰਸ਼ ਕਰਨਾ ਆ। ਪੜੋ, ਜੁੜੋ, ਸੰਘਰਸ਼ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ, ਪਰਾਧੀਨਤਾ ਪਾਪ ਹੈ ਜਾਣ ਲਿਓ ਰਹਿਮੀਤ, ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਮਨ ਦੇ ਵਿੱਚੋਂ ਮਾਨਸਿਕ ਗੁਲਾਮੀ ਖਤਮ ਕਰੀਏ। ਸਰੀਰਕ ਤੇ ਮਾਨਸਿਕ ਗੁਲਾਮੀ ਕੋਈ ਵੀ ਹੋਵੇ, ਸਤਿਗੁਰੂ ਜੀ ਫਰਮਾਉਂਦੇ ਮਾੜੀ ਹੀ ਮਾੜੀ ਹੁੰਦੀ ਹੈ। ਪਾਪ ਹੈ ਸਾਧ ਸੰਗਤ ਜੀ ਗੁਲਾਮੀ ਕਰਨਾ। ਤੇ ਵੱਡ ਕਰਮਾਂ ਵਾਲਿਆਂ ਸਾਧ ਸੰਗਤ ਜੀ ਕੇ ਇੰਨੇ ਮਹਾਨ ਰਹਿਬਰ ਸਾਨੂੰ ਮਿਲੇ ਨੇ। ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ। ਇੰਨੇ ਮਹਾਨ ਮਹਾਂਪੁਰਸ਼ਾਂ ਦੇ ਅਸੀਂ ਬੱਚੇ ਹਾਂ ਤੇ ਉਹਨਾਂ ਦੇ ਦਿਖਾਏ ਮਾਰਗ ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਲ ਕਰੀਏ। ਪੜੋ, ਜੁੜੋ, ਸੰਘਰਸ਼ ਕਰੋ ਤੇ ਸਭ ਦਾ ਭਲਾ ਮੰਗੋ। ਤੇ ਸਾਧ ਸੰਗਤ ਜੀ, ਵਹਿਮਾਂ ਭਰਮਾਂ ਤੋਂ ਬਚ ਕੇ ਆਪਣੇ ਅੰਦਰੋਂ ਸੱਚ ਦੀ ਖੋਜ ਕਰੋ। ਹੱਥਾਂ ਨਾਲ ਕਿਰਤ ਕਮਾਈਆਂ ਕਰਨੀਆਂ ਨੇ। ਇਹੀ ਸਤਿਗੁਰਾਂ ਦਾ ਫਰਮਾਨ ਹੈ, ਜੀਭਾ ਸੋ ਓਂਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ ਕਹਿ ਰਵਿਦਾਸ ਵਿਚਾਰ। ਕਿ ਭਾਈ ਸਾਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ, ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਹੀ ਬੈਠਾ ਆ। ਮਿਲਣਾ ਕਿਵੇਂ? ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਹੱਥਾਂ ਨਾਲ ਕਿਰਤ ਕਰਦੇ ਰਹੋ ਇਮਾਨਦਾਰੀ ਦੀ, ਜੀਵਾਂ ਨਾਲ ਸਿਮਰਨ ਕਰਦੇ ਰਹੋ, ਆਪਣੀ ਜ਼ਿੰਮੇਵਾਰੀਆਂ ਨਿਭਾਓ, ਪਰਿਵਾਰ ਦੇ ਪ੍ਰਤੀ ਵੀ ਤੇ ਸਮਾਜ ਦੇ ਪ੍ਰਤੀ। ਸਵੈਨੀਆਂ ਕਾ ਬੇਨਤੀਆਂ ਜਦੀਆਂ ਪ੍ਰਵਾਨ ਕਰਨਾ। ਇੱਕ ਵਾਰ ਫੇਰ ਧੰਨ ਧੰਨ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਦੇ ਜਨਮ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨਾਲ ਮਿਸ਼ਨ ਨਾਲ ਜੋੜੀ ਰੱਖਣ। ਸਵੈਨੀਆਂ ਕਾ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀਆਂ ਸ਼ਮਾ। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੈ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਜਪੋ ਜੀ ਸਤਨਾਮ 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 ਸੋਹੰ ਸਤਨਾਮ, ਜੋ ਬੋਲੇ ਸੋ ਨਿਰਭੈ। ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।